ਲਈ ਕਦੇ ਵੀ ਤੱਤੀ ਵਾਹ ਨਹੀਂ ਲੱਗਣ ਦਿੱਤੀ। ਇਸਨੇ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਲਈ ਹੀ ਕੰਮ ਕੀਤੇ ਹਨ। ਇਹ ਖਾਲਸਾ ਕਦੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੀਸ ਤਲੀ ਤੇ ਧਰ ਕੇ ਲੜਿਆ ਤੇ ਕਦੇ ਇਸਨੇ ਆਪਣੇ ਗੁਰਧਾਮਾਂ ਦੀ ਆਜ਼ਾਦੀ ਲਈ ਉਹਨਾਂ ਨੂੰ ਬਹਾਲ ਕਰਵਾਉਣ ਲਈ ਹੱਸ-ਹੱਸ ਕੇ ਕੁਰਬਾਨੀਆਂ ਵੀ ਦਿੱਤੀਆਂ। 20ਵੀਂ ਸਦੀ ਵਿੱਚ ਆਪਣੇ ਪਾਵਨ ਪਵਿੱਤਰ ਗੁਰਧਾਮਾਂ ਨੂੰ ਪਖੰਡੀ, ਦੰਭੀ, ਆਚਰਣਹੀਨ ਮਹੰਤਾਂ ਤੋਂ ਬਚਾਉਣ ਖਾਤਰ ਸਿੱਖਾਂ ਵੱਲੋਂ ਸਿੱਖ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਗਏ। ਇਸ ਸਮੇਂ ਇਹਨਾਂ ਮੋਰਚਿਆਂ ਦਾ ਆਰੰਭ ਸੀ ਕਿਉਂਕਿ ਉਸ ਸਮੇਂ ਦੇ ਜੋ ਮਹੰਤ ਸਨ ਉਹ ਸਾਡੇ ਸਿੱਖੀ ਸਿਧਾਂਤਾਂ ਦੇ ਵਿਰੁੱਧ ਕੁਕਰਮ ਕਰਦੇ ਸਨ। ਉਸ ਸਮੇਂ ਦੇ ਸਿੱਖਾਂ ਲਈ ਆਪਣੀ ਸਿੱਖੀ ਨਾਲ ਇਹ ਖਿਲਵਾੜ ਹੁੰਦਾ ਦੇਖਣਾ ਸੌਖਾ ਨਹੀਂ ਸੀ। ਇਸ ਲਈ ਉਹਨਾਂ ਨੇ ਇਹਨਾਂ ਮੋਰਚਿਆਂ ਨੂੰ ਸ਼ੁਰੂ ਕੀਤਾ। ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਗੁਰੂ ਕਾ ਬਾਗ ਮੋਰਚਾ ਦੀ ਦਾਸਤਾਨ ਵੀ ਕੁਝ ਅਜਿਹੀ ਹੀ ਹੈ। ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੂਕੇਵਾਲੀ ਵਿਖੇ ਦੋ ਇਤਿਹਾਸਿਕ ਗੁਰਦੁਆਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹਨ। ਜਦੋਂ ਤੋਂ ਗੁਰੂ ਤੇਗ ਬਹਾਦਰ ਜੀ ਨੇ ਇਸ ਜਗ੍ਹਾ ਤੇ ਬਾਗ ਲਗਵਾਇਆ ਸੀ, ਇਸ ਜਗ੍ਹਾ ਦਾ ਨਾਮ ਗੁਰੂ ਕੀ ਢਾਬ ਤੋਂ ਗੁਰੂ ਕਾ ਬਾਗ ਮਸ਼ਹੂਰ ਹੋ ਗਿਆ। ਸਿੱਖ ਸਮਿਆਂ ਵਿੱਚ ਸਾਡੇ ਗੁਰਦੁਆਰਿਆਂ ਦੇ ਨਾਮ ਜੋ ਜਗੀਰਾਂ ਸਨ ਜਾਂ ਜੋ ਸਿੱਖ ਭਾਈਆਂ ਵੱਲੋਂ ਭੇਟਾਵਾਂ ਹੁੰਦੀਆਂ ਸਨ, ਉਹਨਾਂ ਨੇ ਗੁਰਦੁਆਰਿਆਂ ਦੀ ਰਖਵਾਲੀ ਕਰਨ ਵਾਲੇ ਮਹੰਤਾਂ ਨੂੰ ਐਸ਼ੋ ਆਰਾਮ ਦੇ ਪ੍ਰਸਤ ਬਣਾ ਦਿੱਤਾ। ਉਹ ਆਪਣੇ ਧਾਰਮਿਕ ਕਰਤਵਾਂ ਪ੍ਰਤੀ ਉਦਾਸੀਨ ਹੋ ਗਏ। ਇਨ੍ਹਾਂ ਹੀ ਮਹੰਤਾਂ ਵਿੱਚੋਂ ਇੱਕ ਮਹੰਤ ਸੀ ਸੁੰਦਰ ਦਾਸ ਉਦਾਸੀ, ਜੋ ਕਿ ਗੁਰੂ ਕੇ ਬਾਗ ਗੁਰਦੁਆਰੇ ਦਾ ਮਹੰਤ ਸੀ। ਇਹ ਬਹੁਤ ਹੀ ਆਚਰਣਹੀਨ ਵਿਅਕਤੀ ਸੀ ਕਿਉਂਕਿ ਇਸਨੇ ਬਿਨਾਂ ਵਿਆਹ ਕਰਵਾਏ ਹੀ ਦੋ ਇਸਤਰੀਆਂ ਈਸਰੋ ਤੇ ਜਗਦੇਈ ਨੂੰ ਰੱਖਿਆ ਹੋਇਆ ਸੀ। ਇਹ ਸਾਡੇ ਸਿੱਖ ਸਿਧਾਂਤਾਂ ਦੇ ਵਿਰੁੱਧ ਹਰ ਕੁਕਰਮ ਕਰਦਾ ਸੀ। ਜਦ 1921 ਈਸਵੀ ਵਿੱਚ ਸ਼੍ਰੀ ਹਰਮੰਦਰ ਸਾਹਿਬ ਤੇ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਆਇਆ ਤਾਂ ਇਹਨਾਂ ਨੇ ਆਪਣਾ ਧਿਆਨ ਵਿਸ਼ੇਸ਼ ਤੌਰ ਤੇ ਗੁਰੂ ਕਾ ਬਾਗ ਗੁਰਦੁਆਰੇ ਵੱਲ ਵੀ ਦਿੱਤਾ। 31 ਜਨਵਰੀ 1921 ਈਸਵੀ ਵਿੱਚ ਸਰਦਾਰ ਦਾਨ ਸਿੰਘ ਜੀ ਦੀ ਅਗਵਾਈ ਹੇਠ ਜਦ ਇਸ ਕਮੇਟੀ ਨੇ ਸੁੰਦਰ ਦਾਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਮਝ ਵੀ ਗਿਆ। ਉਸਨੇ ਅੰਮ੍ਰਿਤ ਛਕ ਲਿਆ ਤੇ ਆਪਣਾ ਨਾਮ ਜੋਗਿੰਦਰ ਸਿੰਘ ਰੱਖ ਲਿਆ। ਇਸ ਤੋਂ ਬਾਅਦ ਉਸਨੇ ਆਪਣਾ ਵਿਆਹ ਈਸਰੋ ਨਾਮ ਦੀ ਔਰਤ ਨਾਲ ਰਚਾ ਲਿਆ ਤੇ ਉਸਦਾ ਨਾਮ ਗਿਆਨ ਕੌਰ ਰੱਖ ਦਿੱਤਾ। ਪਰ ਇਹ ਸਾਡੀ ਸਿੱਖੀ ਵਿੱਚ ਬਹੁਤੀ ਦੇਰ ਪਰਪੱਕ ਨਾ ਰਹਿ ਸਕਿਆ ਤੇ ਫਿਰ ਮੁੜ ਆਪਣੀਆਂ ਪਹਿਲੀਆਂ ਹਰਕਤਾਂ ਤੇ ਵਾਪਸ ਆ ਗਿਆ। ਜਦ 8 ਅਗਸਤ ਨੂੰ ਸਾਡੇ ਕੁਝ ਸਿੱਖ ਗੁਰੂ ਕਾ ਬਾਗ ਵਿਖੇ ਲੰਗਰ ਵਾਸਤੇ ਲੱਕੜਾਂ ਕੱਟਣ ਗਏ ਤਾਂ ਇਸਨੇ ਅੰਗਰੇਜ਼ ਸਰਕਾਰ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਜੋ ਸਿੱਖ ਹਨ ਉਹ ਲੰਗਰ ਵਾਸਤੇ ਲੱਕੜਾਂ ਚੋਰੀ ਕਰ ਰਹੇ ਨੇ, ਜਦਕਿ ਉਹ ਸਿੱਖ ਤਾਂ ਸਿਰਫ ਤੇ ਸਿਰਫ ਆਪਣੀ ਸੇਵਾ ਹੀ ਨਿਭਾ ਰਹੇ ਸਨ। ਜਦ ਅੰਗਰੇਜ਼ ਸਰਕਾਰ ਨੇ ਸੁਣਿਆ ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਇਸ ਤੋਂ ਚੰਗਾ ਮੌਕਾ ਨਹੀਂ ਮਿਲੇਗਾ ਕਿ ਉਹ ਸਿੱਖਾਂ ਨੂੰ ਦਬਾ ਸਕਣ। ਉਹਨਾਂ ਨੇ ਪੁਲਿਸ ਭੇਜ ਕੇ ਇਹਨਾਂ 5 ਸਿੰਘਾਂ ਦੇ ਜਥੇ ਨੂੰ ਗ੍ਰਿਫਤਾਰ ਕਰਵਾ ਦਿੱਤਾ। 50-50 ਰੁਪਏ ਜੁਰਮਾਨਾ ਵੀ ਲਾਇਆ ਤੇ 6-6 ਮਹੀਨੇ ਦੀ ਸਜ਼ਾ ਵੀ ਸੁਣਾ ਦਿੱਤੀ। ਇਹ ਸਾਡੇ ਸਿੱਖਾਂ ਦੇ ਹੱਕਾਂ ਉੱਤੇ ਸਿੱਧਾ ਨਿਸ਼ਾਨਾ ਸੀ। ਹੁਣ ਸਿੱਖਾਂ ਨੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਉਣ ਲਈ ਤੇ ਅੰਗਰੇਜ਼ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਕਰਨ ਲਈ ਗੁਰੂ ਕਾ ਬਾਗ ਮੋਰਚਾ ਆਰੰਭਿਆ, ਜਿਸ ਵਿੱਚ ਹਰ ਰੋਜ਼ 5 ਸਿੰਘਾਂ ਦਾ ਜਥਾ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧਦਾ ਅਤੇ ਸਹੁੰ ਚੁੱਕਦਾ ਕਿ ਜੋ ਮੋਰਚਾ ਉਹਨਾਂ ਨੇ ਸ਼ੁਰੂ ਕੀਤਾ ਹੈ ਇਸ ਨੂੰ ਸ਼ਾਂਤਮਈ ਢੰਗ ਨਾਲ ਪੂਰ ਚੜਾਇਆ ਜਾਵੇਗਾ। ਇਹ ਸਹੁੰ ਚੁੱਕਣ ਤੋਂ ਬਾਅਦ ਸਿੰਘਾਂ ਵੱਲੋਂ ਗੁਰੂ ਕੇ ਬਾਗ ਵੱਲ ਚਾਲੇ ਪਾ ਦਿੱਤੇ ਜਾਂਦੇ, ਪਰ ਉਹਨਾਂ ਨੂੰ ਗੁਰੂ ਕਾ ਬਾਗ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਗੁਮਟਾਲਾ ਦੇ ਪੁਲ ਤੇ ਨਾਕਾ ਲਾ ਕੇ ਰੋਕ ਲਿਆ ਜਾਂਦਾ। ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ, ਉਹਨਾਂ ਨੂੰ ਬੁਰੀ ਤਰ੍ਹਾਂ ਤਸ਼ੱਦਦ ਕੀਤੀ ਜਾਂਦੀ, ਪਰ ਸਾਡੇ ਸਿੱਖ ਡੋਲੇ ਨਹੀਂ। ਉਹ ਵਾਹਿਗੁਰੂ ਦਾ ਨਾਮ ਜਪਦੇ ਹੋਏ ਇਹਨਾਂ ਤਸ਼ੱਦਦਾਂ ਨੂੰ ਝੱਲਦੇ ਗਏ ਤੇ ਉਹਨਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਾ ਦੌਰ ਇਸੇ ਹੀ ਤਰ੍ਹਾਂ ਜਾਰੀ ਰੱਖਿਆ। ਹੁਣ ਇਸ ਗੁਰੂ ਕਾ ਬਾਗ ਮੋਰਚੇ ਵਿੱਚ ਕੇਵਲ ਸਿੱਖ ਪੰਥ ਹੀ ਨਹੀਂ ਬਲਕਿ ਵੱਖ-ਵੱਖ ਧਰਮਾਂ ਦੇ ਲੋਕ ਜੋ ਮਨੁੱਖਤਾ ਨੂੰ ਪਿਆਰ ਕਰਦੇ ਸਨ, ਇਨਸਾਨੀਅਤ ਦੇ ਪੁਜਾਰੀ ਸਨ, ਉਹਨਾਂ ਨੇ ਵੀ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ਤੇ ਵਰਣਨਯੋਗ ਸਨ ਅੰਗਰੇਜ਼ ਪਾਦਰੀ C.F. ਐਂਡਰਿਊਜ਼, ਹਕੀਮ ਅਜਮਨ ਖਾਂ, ਬੀਬੀ ਸਰੋਜਨੀ ਨਾਇਡੂ, ਪੰਡਤ ਮਦਨ ਮੋਹਨ ਮਾਲਵੀਆ। ਜੋ ਅੰਗਰੇਜ਼ ਪਾਦਰੀ ਸੀ ਉਸਨੇ ਤਵਾਰੀਖ ਵਿੱਚ ਇੱਕੋ ਇੱਕ ਮਸੀਹਾ ਸੁਣਿਆ ਸੀ ਜੋ ਸੂਲੀ ਉੱਤੇ ਚੜਿਆ ਸੀ, ਪਰ ਜਦੋਂ ਸਾਡੇ ਸਿੰਘਾਂ ਨੂੰ ਇਹ ਤਸੀਹੇ ਇੰਨੀਆਂ ਤਸ਼ੱਦਦਾਂ ਝੱਲਦੇ ਹੋਏ ਦੇਖਦਾ ਹੈ ਤਾਂ ਉਸਦੀ ਰੂਹ ਕੁਰਲਾ ਉੱਠਦੀ ਹੈ। ਉਸ ਸਮੇਂ ਦੇ ਪੰਜਾਬ ਦੇ ਗਵਰਨਰ ਕੋਲ ਜਾ ਕੇ ਕਹਿੰਦਾ ਹੈ ਕਿ ਜੋ ਕਹਿਰ ਸਿੱਖਾਂ ਉੱਤੇ ਬਰਸਾਇਆ ਜਾ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਜੋ ਦ੍ਰਿਸ਼ ਉਸਨੇ ਦੇਖਿਆ ਹੈ ਉਹ ਬਹੁਤ ਹੀ ਭਿਆਨਕ ਹੈ। ਇਹ ਗੱਲ ਸੁਣਨ ਤੋਂ ਬਾਅਦ ਪੰਜਾਬ ਦਾ ਗਵਰਨਰ ਆਪ ਗੁਰੂ ਕਾ ਬਾਗ ਗੁਰਦੁਆਰੇ ਵਿਖੇ ਪਹੁੰਚਦਾ ਹੈ ਤੇ ਜਦੋਂ ਆਪਣੀ ਅੱਖੀਂ ਇਹਨਾਂ ਤਸ਼ੱਦਦਾਂ ਨੂੰ ਹੁੰਦੇ ਹੋਏ ਦੇਖਦਾ ਹੈ ਤਾਂ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਕੁੱਟਮਾਰ ਤਾਂ ਬੰਦ ਕਰਵਾ ਦਿੰਦਾ ਹੈ, ਪਰ ਸਿੱਖਾਂ ਵੱਲੋਂ ਗ੍ਰਿਫਤਾਰੀਆਂ ਦਾ ਦੌਰ ਇਸੇ ਹੀ ਤਰ੍ਹਾਂ ਜਾਰੀ ਰਹਿੰਦਾ ਹੈ। ਹੁਣ ਤੱਕ 1000 ਦੇ ਕਰੀਬ ਸਿੱਖ ਜ਼ਖਮੀ ਹੋ ਚੁੱਕੇ ਸਨ
5600 ਦੇ ਕਰੀਬ ਸਿੱਖਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ 35 ਸ਼੍ਰੋਮਣੀ ਕਮੇਟੀ ਦੇ ਤੇ 200 ਫੌਜੀ ਪੈਨਸ਼ਨੀਏ ਸਨ। ਹੁਣ ਜੋ ਬੰਦੀ ਸਿੰਘ ਸਨ, ਉਹਨਾਂ ਉੱਤੇ ਸਰਸਰੀ ਸੁਣਵਾਈ ਵਾਲੇ ਮੁਕੱਦਮਿਆਂ ਉਪਰੰਤ ਉਹਨਾਂ ਨੂੰ ਰੇਲ ਗੱਡੀ ਰਾਹੀਂ ਦੂਰ ਦੂਰ ਦੀਆਂ ਜੇਲ੍ਹਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਜਦ 29 ਅਕਤੂਬਰ 1922 ਈਸਵੀ ਨੂੰ ਇੱਕ ਸਿੰਘਾਂ ਦੇ ਜਥੇ ਨੂੰ ਰੇਲ ਗੱਡੀ ਰਾਹੀਂ ਅਟਕ ਦੇ ਕਿਲੇ ਵੱਲ ਤੋਰਿਆ ਜਾਣਾ ਸੀ, ਜਿਸ ਨੇ ਹਸਨ ਅਬਦਾਲ ਨਾਂ ਦੇ ਸਟੇਸ਼ਨ ਉੱਤੇ ਰੁਕਣਾ ਸੀ, ਤਾਂ ਇੱਥੇ ਪੰਜਾ ਸਾਹਿਬ ਦੇ ਸਿੰਘਾਂ ਨੇ ਆਪਣੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦੀ ਮਿਸਾਲ 30 ਅਕਤੂਬਰ 1922 ਨੂੰ ਸਵੇਰੇ 10 ਵਜੇ ਦੇ ਕਰੀਬ ਪੇਸ਼ ਕੀਤੀ। ਇਹ 200 ਸਿੰਘਾਂ ਦਾ ਜਥਾ ਜਦ ਲੰਗਰ ਲੈ ਕੇ ਹਸਨ ਅਬਦਾਲ ਨਾਂ ਦੇ ਸਟੇਸ਼ਨ ਤੇ ਪੁੱਜਾ ਤਾਂ ਸਟੇਸ਼ਨ ਮਾਸਟਰ ਨੇ ਉਹਨਾਂ ਨੂੰ ਗੱਡੀ ਦੇ ਨਾ ਰੁਕਣ ਦੀ ਖਬਰ ਦਿੱਤੀ। ਸਿੰਘਾਂ ਦੇ ਮਿੰਨਤਾਂ ਤੇ ਤਰਲਿਆਂ ਦਾ ਜਦ ਕੋਈ ਅਸਰ ਨਾ ਹੋਇਆ ਤਾਂ ਸੰਗਤ ਵਿੱਚੋਂ ਭਾਈ ਕਰਮ ਸਿੰਘ ਜੀ, ਭਾਈ ਪ੍ਰਤਾਪ ਸਿੰਘ, ਸਰਦਾਰ ਗੰਗਾ ਸਿੰਘ, ਸਰਦਾਰ ਨਿਹਾਲ ਸਿੰਘ, ਸਰਦਾਰ ਚਰਨ ਸਿੰਘ, ਸਰਦਾਰ ਭਾਗ ਸਿੰਘ ਆਦਿ ਕਿੰਨੇ ਹੀ ਸਿੰਘ ਅਤੇ ਬੀਬੀਆਂ ਰੇਲ ਦੀ ਪਟੜੀ ਉੱਤੇ ਚੌਂਕੜਾ ਮਾਰ ਕੇ ਬੈਠ ਗਏ। ਰੇਲ ਗੱਡੀ ਰੁਕ ਤਾਂ ਗਈ, ਪਰ ਇਹਨਾਂ ਸਿੰਘਾਂ ਨੂੰ ਲਤਾੜ ਕੇ ਇਸ ਖੂਨੀ ਸਾਕੇ ਵਿੱਚ 11 ਸਿੰਘ ਮੌਕੇ ਤੇ ਸ਼ਹੀਦ ਹੋ ਗਏ। ਭਾਈ ਕਰਮ ਸਿੰਘ ਜੀ ਉਮਰ ਸਿਰਫ 30 ਸਾਲ ਕੁਝ ਘੰਟਿਆਂ ਬਾਅਦ ਤੇ ਭਾਈ ਪ੍ਰਤਾਪ ਸਿੰਘ ਉਮਰ ਸਿਰਫ 24 ਸਾਲ ਅਗਲੇ ਦਿਨ ਦਮ ਤੋੜ ਗਏ। ਸਿੰਘਾਂ ਨੇ ਕੈਦੀਆਂ ਨੂੰ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਅਤੇ ਰੇਲ ਗੱਡੀ ਨੂੰ ਜਾਣ ਦਿੱਤਾ। ਸਿੱਖ ਧਰਮ ਦੀਆਂ ਸ਼ਹੀਦੀਆਂ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਆਓ ਅਸੀਂ ਇਹਨਾਂ ਸਾਕਿਆਂ ਨੂੰ ਯਾਦ ਕਰੀਏ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਈਏ, ਜੋ ਆਪਣੇ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ, ਅਤੇ ਸਾਡੇ ਬਜ਼ੁਰਗਾਂ ਵਾਂਗ ਸਚਿਆਰ ਮਨੁੱਖਾਂ ਦਾ ਕਾਫਲਾ ਤਿਆਰ ਕਰਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। बहुत ही भावपूर्ण तरीके दे नाल टू दी पॉइंट एक्यूरेट तरीके दे नाल बेटी ने गुरु के बाग दे मोर्चे का इतिहास साडे नाल साझा कीता है। जिहड़े भी अध्यापक साहबान ने इन्हां नूं इह तैयारी कराई है वह शलाघायोग है और वधाई दे पात्र ने। आओ हुण माता दमोदरी कन्या सीनियर सैकेंडरी स्कूल डरोली भाई मोगा ये बच्चे तुहानूं कविशरी के द्वारा निहाल करनगे। इन्हां तों बाद तैयार रहन श्री गुरु तेग बहादुर पब्लिक स्कूल शाजली संगरूर के बच्चे ये ढाडी वारां दे राहीं आप संगत जी नूं निहाल करनगे। आओ बेटियां पासों कविता कविशरी सरवण करिए जी। वाहिगुरू जी का खालसा, वाहिगुरू जी की फतेह। बख्शी फतेह प्रवान करिए। वाहिगुरु जी का खालसा, वाहिगुरु जी की फतेह। अज साडी कविशरी दा विशा है गुरुद्वारा गुरु के बाग दा मोर्चा। गुरुद्वारा गुरु के बाग दा मोर्चा लग्या होया सी। अंग्रेज अफसर बीटी जालम दे हुक्म दे नाल शांतमई मोर्चे ते बैठे सिखां दे उपर बहुत भारी कहर होया। सिखां नूं बहुत ज्यादा डांगा दे नाल कुटिया गया, उपर घोड़े चढ़ा दिते गए ते भुखण भाणियां नूं श्री अमृतसर जेल तो अटक जेल जाण वास्ते एक रेल गड्डी विच बंद करके लिजाया जा रहा सी। उस वेले अमृतसर तो एक सिख ने जाके गुरुद्वारा पंजा साहिब दे मैनेजर सरदार प्रताप सिंह जी नूं जाके ये सारी वारदात दसी। उस वेले गुरुद्वारा साहिब विच आसा जी दी वार दा कीर्तन हो रहा सी।
ਕੀਰਤਨ ਦੇ ਭੋਗ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਜੀ ਸੰਗਤਾਂ ਨੂੰ ਸੰਬੋਧਨ ਹੋ ਕੇ ਇਹ ਸਾਰੀ ਵਾਰਦਾਤ ਦੱਸਦੇ ਸਨ। ਜਿਵੇਂ ਉਹਨਾਂ ਦੱਸਿਆ, ਮੇਰੇ ਸਾਥੀਆਂ ਪਾਸੋਂ ਪੌੜੀ ਛੰਦ ਰਾਹੀਂ ਇੰਜ ਸੁਣੋ ਜੀ। ਭੋਗ ਪਿਆ ਜਾ ਵਾਰਦਾ ਗਿਆਨੀ ਜੀ ਬੋਲੇ, ਜ਼ੁਲਮ ਗੁਰੂ ਕੇ ਬਾਗ ਦੇ ਸੰਗਤਾਂ ਵਿੱਚ ਫੋਲੇ। ਮਾਰੇ ਗੋਰਾ ਤਾੜ ਵੀ ਜਾਨਾ ਤੇ ਤਾੜੇ, ਬੱਤੇ ਜਾ ਰਹੇ ਅਟਕਣ ਆਜ਼ਾਦੀ ਦੇ ਲਾੜੇ। ਭੋਗ ਪਿਆ ਜਾ ਵਾਰਦਾ ਗਿਆਨੀ ਜੀ ਬੋਲੇ, ਜ਼ੁਲਮ ਗੁਰੂ ਕੇ ਬਾਗ ਦੇ ਸੰਗਤਾਂ ਵਿੱਚ ਫੋਲੇ। ਮਾਰੇ ਗੋਰਾ ਤਾੜ ਵੀ ਜਾਨਾ ਤੇ ਤਾੜੇ,